ਸੋ ਬਹੁਤ ਇੰਪੋਰਟੈਂਟ ਟੌਪਿਕ ਅੱਜ ਵੀ ਹੈ। ਕੈਨੇਡਾ ਦੇ ਨਾਲ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਉਸ ਦੇ ਬਾਵਜੂਦ ਵੀਜ਼ੇ ਬੜੇ ਤੇਜ਼ ਆ ਰਹੇ ਨੇ, ਪਰ ਰਿਫਿਊਜ਼ਲ ਵੀ ਬਹੁਤ ਤੇਜ਼ੀ ਦੇ ਨਾਲ ਆ ਰਹੇ ਨੇ। ਇਸ ਤਰੀਕੇ ਦੀਆਂ ਵੀ ਖਬਰਾਂ ਨੇ। ਹੁਣ ਸਵਾਲ ਇਹ ਹੈ ਕਿ ਸਾਡਾ ਸਟੂਡੈਂਟ ਆਫਰ ਲੈਟਰ ਲੈਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ। ਕਿਹੜੀਆਂ ਗੱਲਾਂ ਦਾ ਖਿਆਲ ਰੱਖੇ ਕਿ ਉਹ ਪਹਿਲੀ ਵਾਰ ਦੇ ਵਿੱਚ ਹੀ ਫਸਟ ਅਟੈਂਪਟ ਦੇ ਵਿੱਚ ਹੀ ਸਟੂਡੈਂਟ ਵੀਜ਼ਾ ਹਾਸਲ ਕਰੇ, ਕਿਉਂਕਿ ਅਗਰ ਰਿਫਿਊਜ਼ਲ ਆ ਗਈ ਤੇ ਦੁਬਾਰਾ ਆਫਰ ਲੈਟਰ ਨੂੰ ਵੀ ਦਿੱਕਤ ਬਹੁਤ ਜ਼ਿਆਦਾ ਹੋਣੀ ਹੈ। ਸੋ तमाम ਇੰਪੋਰਟੈਂਟ ਪੁਆਇੰਟਸ ਸਟੂਡੈਂਟਸ ਦੇ ਐਡਮਿਸ਼ਨ ਨੂੰ ਲੈ ਕੇ, ਆਫਰ ਲੈਟਰ ਨੂੰ ਲੈ ਕੇ, ਰਿਫਿਊਜ਼ ਕੇਸਿਸ ਵੀ ਬਹੁਤ ਧਿਆਨ ਦੇ ਨਾਲ ਇਸ ਸ਼ੋਅ ਨੂੰ ਸੁਣਨ। ਸਾਡੇ ਨਾਲ ਮੈਡਮ ਗੁਰਪ੍ਰੀਤ ਕੌਰ ਬਾਥ ਨੇ, ਜਿਹੜੇ ਕਿ ਕ੍ਰੀਏਟਿਵ ਫਿਊਚਰ ਕਾਉਂਸਲਰਜ਼ਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸੋ ਟੌਪਿਕ ਬੜਾ ਇੰਪੋਰਟੈਂਟ ਹੈ। ਮੈਂ ਚਾਹੂੰਗਾ A to Z ਕੱਲੀ ਗੱਲ ਤੁਸੀਂ ਜਿਹੜੀ ਸਿਚੁਏਸ਼ਨ ਹੈ ਇਹਦੇ ਤੋਂ ਬਾਹਰ ਕਿਵੇਂ ਵਿਦਿਆਰਥੀ ਆਪਣੇ ਆਪ ਨੂੰ ਵੇਖਣ, ਫਾਸਟ ਵੀਜ਼ਾ, ਨਵੇਂ ਸਟੂਡੈਂਟਸ ਦੀ ਐਡਮਿਸ਼ਨ, ਰਿਫਿਊਜ਼ਡ ਸਟੂਡੈਂਟਸ, ਰੀਅਪਲਾਈ ਦੀ ਆਪਸ਼ਨਸ, ਔਰ ਕਿਉਂ ਜ਼ਰੂਰੀ ਹੈ ਕਿ ਪਹਿਲੀ ਅਟੈਂਪਟ ਦੇ ਵਿੱਚ ਤੁਹਾਡਾ ਵੀਜ਼ਾ ਕਲੀਅਰ ਹੋਵੇ, ਕਿਉਂਕਿ ਅਗਰ ਰਿਫਿਊਜ਼ਲ ਆਉਂਦੀ ਹੈ ਤੇ ਫਿਰ ਆਫਰ ਲੈਟਰ ਦਾ ਕ੍ਰਾਈਸਿਸ ਵੀ ਹੈ। ਸੋ तमाम ਇਨਟੇਕ ਦੇ ਵਿੱਚ ਆਫਰ ਲੈਟਰ ਦੀ ਸਿਚੁਏਸ਼ਨ, ਇਹ ਸਾਰੇ ਪੁਆਇੰਟਸ ਤੇ ਤੁਸੀਂ ਮੈਂ ਚਾਹੂੰਗਾ ਕਿ ਪੂਰੀ ਕਲੈਰਿਟੀ ਸਟੂਡੈਂਟਸ ਨੂੰ ਦਿਓ। ਜੋ ਵੀ ਇਹ ਮਸਲਾ ਛਿੜਿਆ ਹੈ ਦੋ ਮੁਲਕਾਂ ਦੇ ਵਿੱਚ, ਇਹਨੂੰ ਲੈ ਕੇ ਥੋੜਾ ਜਿਹਾ ਸਟੂਡੈਂਟ ਜਿਹੜਾ ਸਾਡਾ ਇਸ ਟਾਈਮ ਡੀਮੋਟੀਵੇਟ ਹੋਇਆ ਹੈ, ਬਟ ਮੈਂ ਕਹੂੰਗੀ ਕਿ ਇਹੋ ਜੀ ਕੋਈ ਵੀ ਸਿਚੁਏਸ਼ਨ ਨਹੀਂ ਹੈ ਕਿ ਤੁਹਾਨੂੰ ਡੀਮੋਟੀਵੇਟ ਹੋਣ ਦੀ ਜ਼ਰੂਰਤ ਹੈ ਜਾਂ ਤੁਹਾਨੂੰ ਸਟੈਪ ਬੈਕ ਲੈਣ ਦੀ ਜ਼ਰੂਰਤ ਹੈ। ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਇਹੋ ਜਿਹਾ ਮੇਰੇ ਕੋਲ ਕੋਈ ਵੀ ਐਵੇਂ ਦਾ ਪੁਆਇੰਟ ਆਇਆ ਹੁੰਦਾ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਦੀ ਕਿ ਇਸ ਟਾਈਮ ਆਪਾਂ ਕੈਨੇਡਾ ਨਹੀਂ ਅਪਲਾਈ ਕਰਾਂਗੇ, ਕਿਉਂਕਿ ਅਸੀਂ ਰਿਪਰੈਜ਼ੈਂਟ ਕਰਦੇ ਹਾਂ 5-6 ਕੰਟਰੀਜ਼ ਨੂੰ, ਤੇ ਅਸੀਂ ਕਿਸੇ ਵੀ ਕੰਟਰੀ ਨੂੰ ਤੁਹਾਡੇ ਸਾਹਮਣੇ ਜਦੋਂ ਰਿਪਰੈਜ਼ੈਂਟ ਕਰਾਂਗੇ ਸਾਨੂੰ ਆਟੋਮੈਟਿਕਲੀ ਬਿਜ਼ਨਸ ਆਉਣਾ ਹੈ। ਤੇ ਜੇ ਕੋਈ ਸਾਡੇ ਕੋਲ ਇਹੋ ਜਿਹੀ ਇਨਫੋਰਮੇਸ਼ਨ ਹੋਵੇ ਤੇ ਅਸੀਂ ਬਿਲਕੁਲ ਤੁਹਾਨੂੰ ਕਲੀਅਰਲੀ ਦੱਸੀਏ ਕਿ ਨਹੀਂ, ਬੱਚੇ ਨੂੰ ਉੱਥੇ ਨਹੀਂ ਜਾਣਾ ਚਾਹੀਦਾ, ਮਾਹੌਲ ਖਰਾਬ ਹੈ ਜਾਂ ਕੁਛ ਹੈ, ਜਾਂ ਦੋ ਮੁਲਕਾਂ ਦੇ ਵਿੱਚ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਚੁੱਕੀਆਂ ਨੇ ਕਿ ਬੱਚਿਆਂ ਨੂੰ ਉੱਥੇ ਟਰੈਵਲ ਨਹੀਂ ਕਰਨਾ ਚਾਹੀਦਾ। ਬਟ ਇਹੋ ਜਿਹੀ ਕੋਈ ਵੀ ਸਿਚੁਏਸ਼ਨ ਹੀ ਨਹੀਂ ਹੈ ਜਿਹਦੇ ਤੇ ਮੈਂ ਗੱਲ ਕਰਾਂ ਜਾਂ ਮੈਂ ਬੱਚਿਆਂ ਨੂੰ ਇਹਦੇ ਤੇ ਕਹਾਂ ਕਿ ਕੋਈ ਉੱਥੋਂ ਦੀ ਗਵਰਨਮੈਂਟ ਵੱਲੋਂ ਰੋਕ ਲਾਈ ਜਾ ਸਕਦੀ ਹੈ ਜਾਂ ਗਵਰਨਮੈਂਟ ਵੱਲੋਂ ਰੋਕ ਲਾਈ ਜਾ ਰਹੀ ਹੈ। ਆਪਾਂ ਇੱਕ ਚੀਜ਼ ਧਿਆਨ ਦੇ ਵਿੱਚ ਰੱਖੀਏ ਕਿ ਇਸ ਟਾਈਮ ਰਿਜ਼ਲਟ ਕਿੰਨੇ ਫਾਸਟ ਹੋਏ ਨੇ, ਵੀਜ਼ਾਸ ਕਿੰਨੇ ਗ੍ਰਾਂਟ ਹੋ ਰਹੇ ਨੇ, ਵੀਜ਼ਾ ਰੇਸ਼ੋ ਕਿੰਨੀ ਵੱਧ ਰਹੀ ਹੈ। ਇਟ ਮੀਨਸ ਕਿਤੇ ਨਾ ਕਿਤੇ ਉਹ ਕੰਟਰੀ ਸਾਡੇ ਸਟੂਡੈਂਟ ਨੂੰ ਵੈਲਕਮ ਕਰ ਰਿਹਾ ਹੈ ਉਸ ਕੰਟਰੀ ਦੀ। ਦੂਸਰੀ ਗੱਲ ਜਿਹੜੀ ਆਪਾਂ ਦੇਖੀਏ, ਪੂਰੀ ਦੀ ਪੂਰੀ ਇਕਨੋਮੀ ਦੀ ਗੱਲ ਕਰੀਏ, ਸਾਰੀ ਸਾਡੇ ਇੰਡੀਆ ਦੇ ਉੱਤੇ ਟਿਕੀ ਹੋਈ ਆ। ਕਿੰਨਾ ਸਟੂਡੈਂਟ ਸਾਡਾ ਇੱਥੋਂ ਉੱਥੇ ਜਾ ਕੇ ਬਾਹਰ ਪੈਸਾ ਇਨਵੈਸਟ ਹੋ ਰਿਹਾ ਹੈ, ਤੇ ਉਹਨਾਂ ਦਾ ਸਾਡੇ ਕੰਟਰੀ ਦੇ ਨਾਲ ਤਾਲਮੇਲ ਸਹੀ ਰੱਖਣਾ ਉਹਨਾਂ ਦੇ ਲਈ ਬਹੁਤ ਇੰਪੋਰਟੈਂਟ ਆ। ਉੱਥੋਂ ਦੀ ਅਰਥ ਵਿਵਸਥਾ ਨੂੰ ਜੇ ਮੈਂ ਆਪਾਂ ਧਿਆਨ 'ਚ ਰੱਖੀਏ ਤੇ ਉਹ ਗੜਬੜਾ ਸਕਦੀ ਹੈ। ਉਹਨਾਂ ਦੇ ਵਾਰ-ਵਾਰ ਜਿਹੜੇ ਡਿਸੀਜ਼ਨ, ਜਿਹੜੇ ਉਹਨਾਂ ਦੇ ਜਿਹੜੇ ਵੀ ਉੱਥੇ ਗੱਲਬਾਤ ਹੋ ਰਹੀ ਹੈ, ਉਹ ਸਾਡੇ ਫੇਵਰ ਦੇ ਵਿੱਚ ਹੀ ਗੱਲਾਂ ਬਾਤਾਂ ਹੋ ਰਹੀਆਂ ਨੇ, ਕੋਈ ਵੀ ਸਾਡੇ ਫੇਵਰ ਤੋਂ ਬਾਹਰ ਗੱਲ ਨਹੀਂ ਹੋ ਰਹੀ। ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਪੈਦਾ ਕਰਨ ਦੀ ਸਟੂਡੈਂਟ ਨੂੰ ਜ਼ਰੂਰਤ ਨਹੀਂ ਹੈ। ਅਪਲਾਈ ਕਰੋ, ਟਾਈਮਲੀ ਕਰੋ। ਔਰ ਮਈ ਇਨਟੇਕ ਜਿਹੜਾ ਹੈ ਉਹ ਬੱਚਿਆਂ ਲਈ ਓਪਨ ਹੋ ਚੁੱਕਿਆ ਹੈ ਤੇ ਮਈ ਇਨਟੇਕ ਲਈ ਵੀ ਬੱਚੇ ਆਪਣੀਆਂ ਐਡਮਿਸ਼ਨਸ ਪੁੱਟ ਔਨ ਕਰ ਸਕਦੇ ਨੇ। ਜਨਵਰੀ ਇਨਟੇਕ ਇਸ ਟਾਈਮ ਅਪਰੋਕਸ ਫੁੱਲ ਹੋ ਚੁੱਕਿਆ ਹੈ। ਬਹੁਤ ਰੇਅਰ ਆ ਕਿ ਬੱਚਾ ਮੇਰੇ ਕੋਲ ਆਵੇ ਤੇ ਕੋਈ ਸੀਟ ਕੈਂਸਲ ਹੋਈ ਹੋਵੇ ਤੇ ਮੈਂ ਬੱਚੇ ਨੂੰ ਦੇ ਸਕਾਂ, ਬਟ ਮਈ ਇਨਟੇਕ ਇਸ ਟਾਈਮ ਓਪਨ ਹੈ। ਮਈ ਇਨਟੇਕ ਦੇ ਵਿੱਚ ਬੱਚਾ ਐਡਮਿਸ਼ਨ ਲੈ ਸਕਦਾ। ਔਰ ਮਈ ਇਨਟੇਕ ਵਾਲੇ ਬੱਚੇ ਵੀ ਪੁੱਛ ਰਹੇ ਸੀ, ਮੈਡਮ ਅਸੀਂ ਫਾਈਲਸ ਪੁੱਟ ਔਨ ਕਰ ਸਕਦੇ ਹਾਂ? ਬਿਲਕੁਲ ਫਾਈਲਸ ਪੁੱਟ ਔਨ ਕਰ ਸਕਦੇ ਹਾਂ, ਬਟ ਜਦੋਂ ਆਪਾਂ ਟਰੈਵਲ ਕਰਨਾ ਹੈ ਉਹ 4 ਜਾਂ 5 ਵੀਕ ਪਹਿਲਾਂ ਆਪਾਂ ਟਰੈਵਲ ਕਰਾਂਗੇ ਆਪਣੇ ਇਨਟੇਕ ਤੋਂ, ਤੇ ਇਹ ਚੀਜ਼ਾਂ ਆਪਾਂ ਧਿਆਨ 'ਚ ਰੱਖਣੀਆਂ ਹੈ। ਦੂਸਰੀ ਗੱਲ ਹੈ ਕਿ ਜਿਹੜੀਆਂ ਰਿਫਿਊਜ਼ਲਸ ਆ ਰਹੀਆਂ ਕੈਨੇਡਾ ਦੀਆਂ, ਉਹ ਇਹ ਵੀ ਰੀਜ਼ਨ ਹੈ ਜਿਹੜੇ ਬੱਚੇ ਟਿਊਸ਼ਨ ਫੀਸ ਆਪਣੀ ਪੇ ਨਹੀਂ ਕਰ ਰਹੇ ਜਾਂ ਨਾ ਪੇ ਕਰਨਾ, ਚਲੋ ਇੱਕ ਮੁੱਦਾ ਹੈ, ਬਟ ਆਪਣੀ ਟਿਊਸ਼ਨ ਫੀਸ ਦੇ ਨਾਲ ਨਾਲ ਆਪਣਾ 1 ਈਅਰ ਐਕਸਪੈਂਸ ਵੀ ਬੈਂਕਿੰਗ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। 6 ਮੰਥ ਬੈਂਕਿੰਗ ਮੰਗੀ ਜਾਂਦੀ ਹੈ ਤੁਹਾਡੇ ਤੋਂ। ਉਹ 6 ਮੰਥ ਦੀ ਬੈਂਕਿੰਗ ਇਸ ਲਈ ਮੰਗੀ ਜਾਂਦੀ ਆ ਕਿ ਤੁਹਾਡੇ ਕੋਲ 1 ਸਾਲ ਦਾ ਰਹਿਣ ਖਾਣ ਦਾ ਖਰਚਾ ਤੇ 1 ਸਾਲ ਦੀ ਟਿਊਸ਼ਨ ਫੀਸ ਦੀ ਪਲਾਨ ਹੈ ਤੁਹਾਡੇ ਕੋਲ, ਤੇ ਉਹ ਪ੍ਰੋਪਰ ਤਰੀਕੇ ਨਾਲ ਦਿਓ। ਉਹ ਵੀ ਰਿਫਿਊਜ਼ਲ ਦਾ ਕਿਤੇ ਨਾ ਕਿਤੇ ਤੁਹਾਡਾ ਰੀਜ਼ਨ ਬਣ ਰਿਹਾ ਹੈ। ਫਾਈਨਾਂਸ ਨੂੰ ਲੈ ਕੇ ਇੱਕ ਉਹਨਾਂ ਦੀ ਇਨਕੁਆਇਰੀ ਉਹਨਾਂ ਦੇ ਬ੍ਰੇਨ ਦੇ ਵਿੱਚ ਕਲੀਅਰ ਨਹੀਂ ਹੋ ਪਾ ਰਹੀ, ਤੇ ਉਸ ਚੀਜ਼ ਨੂੰ ਕਲੀਅਰ ਕਰਦੇ ਹੋਏ ਇਹ ਨਹੀਂ ਕਿ ਮੈਂ GIC ਕਰਾ ਦਿੱਤਾ, ਮੇਰਾ ਕੰਸਲਟੈਂਟ ਕਹਿੰਦਾ ਸੀਗਾ ਜੀ ਤੁਹਾਨੂੰ ਟਿਊਸ਼ਨ ਫੀਸ ਆਫਟਰ ਵੀਜ਼ਾ ਪੇ ਕਰਨੀ ਹੈ। ਠੀਕ ਹੈ, ਆਫਟਰ ਵੀਜ਼ਾ ਪੇ ਕਰਨੀ ਹੈ,
ਐਸਓਪੀ ਦੇ ਵਿੱਚ ਮੈਂਸ਼ਨ ਕਰੋ ਕਿ ਮੇਰੇ ਅਕਾਊਂਟ ਦੇ ਵਿੱਚ ਇੰਨੀ ਫੰਡਿੰਗ ਪਈ ਹੈ, ਜਿੱਦਾਂ ਹੀ ਮੇਰਾ ਵੀਜ਼ਾ ਗ੍ਰਾਂਟ ਹੋ ਜਾਂਦਾ ਮੈਂ ਨਾਲ ਦੀ ਨਾਲ ਆਪਣੀ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੀ ਫੀਸ ਜਿਹੜੀ ਆ ਉਹ ਡਿਪੋਜ਼ਿਟ ਕਰਾਵਾਂਗਾ। ਇੱਕ ਉਹਦੇ ਵਿੱਚ ਐਸਓਪੀ ਦੇ ਵਿੱਚ ਇੱਕ ਲਾਈਨ ਲਿਖਣ ਨਾਲ ਸਾਡਾ ਕੁਝ ਨਹੀਂ ਜਾਂਦਾ। ਉਹਦੇ 'ਚ ਕੀ ਹੋਊਗਾ, ਵੀਜ਼ਾ ਆਫਿਸਰ ਦੇ ਸਾਹਮਣੇ ਇੱਕ ਕਲੈਰਿਟੀ ਹੋ ਜੂਗੀ, ਇੱਕ ਕਲੀਅਰ ਹੋ ਜਾਓਗੇ, ਤੁਸੀਂ ਟਰਾਂਸਪੇਰੈਂਟ ਹੋ ਜਾਓਗੇ ਕਿ ਬੱਚੇ ਦੇ ਮਨ ਦੇ ਵਿੱਚ ਕੋਈ ਇਹੋ ਜਿਹਾ ਸਵਾਲ ਨਹੀਂ ਹੈ ਜਾਂ ਅਨਜੈਨੂਅਨ ਬੱਚਾ ਨਹੀਂ ਆ। ਬੱਚਾ ਵਾਕਈ ਉੱਥੇ ਜਾ ਕੇ ਸਟੱਡੀ ਕਰਨਾ ਚਾਹੁੰਦਾ ਹੈ, ਜੈਨੂਅਨ ਸਟੂਡੈਂਟ ਆ, ਉਹਨੂੰ ਇੱਕ ਜ਼ਿੰਮੇਵਾਰੀ ਦਾ ਪਤਾ ਹੈ, ਇੱਕ ਰਿਸਪੌਂਸਿਬਿਲਟੀ ਦਾ ਪਤਾ ਹੈ ਕਿ ਮੈਂ ਆਪਣੀ ਟਿਊਸ਼ਨ ਫੀਸ ਪੇ ਕਰਨੀ ਆ। ਤੇ ਇਹ ਰੀਜ਼ਨ ਐਵੇਂ ਦੇ ਛੋਟੇ-ਛੋਟੇ ਰੀਜ਼ਨਸ ਕਰਕੇ ਕੁਝ ਬੱਚਿਆਂ ਦੀਆਂ ਰਿਫਿਊਜ਼ਲਸ ਆ ਰਹੀਆਂ ਨੇ, ਬਟ ਵੀਜ਼ਾ ਰੇਸ਼ੋ ਬਹੁਤ ਅੱਛੀ ਹੈ ਕੈਨੇਡਾ ਦੀ, ਤੁਸੀਂ ਅਪਲਾਈ ਕਰ ਸਕਦੇ ਹੋ। ਕਦੀ ਵੀ ਨਾਨ ਐਸਡੀਐਸ ਐਸਡੀਐਸ ਕੈਟਾਗਰੀ 'ਚ ਫਰਕ ਨਹੀਂ ਰੱਖਿਆ। ਹਮੇਸ਼ਾ ਮੈਂ ਦੋਨੋਂ ਕੈਟਾਗਰੀਜ਼ ਜੋ ਸਾਡੇ ਬੱਚਿਆਂ ਲਈ ਬਣੀ ਹੈ, ਇੱਕ ਐਵਰੇਜ ਸਟੂਡੈਂਟਸ ਦੇ ਲਈ ਹੈ, ਇੱਕ ਜਿਹੜੇ ਸਾਡੇ ਸਮਾਰਟ ਸਟੂਡੈਂਟਸ ਨੇ ਉਹਨਾਂ ਦੇ ਲਈ ਇਹ ਕੈਟਾਗਰੀਜ਼ ਨੇ। ਮੈਂ ਨਾਨ ਐਸਡੀਐਸ ਕੈਟਾਗਰੀ ਦੀ ਵੀ ਉਨੀ ਹੀ ਗੱਲ ਕਰਦੀ ਹਾਂ ਜਿੰਨੀ ਐਸਡੀਐਸ ਕੈਟਾਗਰੀ ਦੀ ਕਰਦੀ ਹਾਂ। ਤੇ ਨਾਨ ਐਸਡੀਐਸ ਕੈਟਾਗਰੀ 'ਚ ਵੀ ਬੱਚਿਆਂ ਦੇ ਵੀਜ਼ੇ ਗ੍ਰਾਂਟ ਹੋ ਰਹੇ ਨੇ, ਬਟ ਅਸੀਂ ਥੋੜੀ ਜਿਹੀ ਆਪਣੀ ਰਿਸਪੌਂਸਿਬਿਲਟੀ ਉਹਦੇ ਵਿੱਚ ਵੱਧ ਲੈਂਦੇ ਹਾਂ ਕਿ ਅਸੀਂ ਐਸਡੀਐਸ ਵਾਲੇ ਰੂਲ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਦੇ ਹੋਏ ਵੀਜ਼ਾ ਅਪਲਾਈ ਕਰਦੇ ਹਾਂ ਤੇ ਉਹਦੇ ਥਰੂ ਹੀ ਅਸੀਂ ਵੀਜ਼ਾ ਗ੍ਰਾਂਟ ਕਰਾਉਂਦੇ ਹਾਂ। ਤੁਸੀਂ ਬਿਲਕੁਲ ਸੋਸ਼ਲ ਪੇਜ ਦੇ ਉੱਤੇ ਸਾਡੇ ਦੇਖ ਲਿਓ, ਐਸਡੀਐਸ ਕੈਟਾਗਰੀ ਦਾ ਮੇਬੀ ਅਸੀਂ ਵੀਜ਼ਾ ਕਿਤੇ ਨਾ ਪੋਸਟ ਕੀਤਾ ਹੋਵੇ, ਬਟ ਨਾਨ ਐਸਡੀਐਸ ਕੈਟਾਗਰੀ ਦੇ ਜਿੰਨੇ ਵੀ ਅਸੀਂ ਵੀਜ਼ਾਸ ਗ੍ਰਾਂਟ ਕਰਾਏ ਨੇ ਮੇਰੇ ਸਾਰੇ ਸੋਸ਼ਲ ਅਕਾਊਂਟਸ ਨੇ ਜਿੱਥੇ ਉੱਥੇ ਤੁਸੀਂ ਵੇਖ ਸਕਦੇ ਨੇ ਪਏ ਹੋਏ ਨੇ। ਤੇ ਇਸ ਕਰਕੇ ਐਸਡੀਐਸ ਨਾਨ ਐਸਡੀਐਸ ਕੈਟਾਗਰੀ ਦੋਨੋਂ ਕੈਟਾਗਰੀ ਸਾਡੇ ਲਈ ਨੇ, ਦੋਨੋਂ ਕੈਟਾਗਰੀ 'ਚ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਜੀ। ਬਹੁਤ ਹੀ ਮਹੱਤਵਪੂਰਨ ਅਤੇ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਸਾਂਝੀ ਕੀਤੀ ਗਈ ਹੈ। ਸੋ ਕੋਈ ਵੀ ਸਟੂਡੈਂਟ ਹੈ ਜਿਹੜਾ ਉਹ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਟੈਲੀਫੋਨ ਕਰ ਸਕਦਾ ਹੈ, ਹੋਰ ਜ਼ਿਆਦਾ ਕਲੈਰਿਟੀ ਹਾਸਲ ਕਰ ਸਕਦਾ ਹੈ, ਹੋਰ ਜ਼ਿਆਦਾ ਇਨਫੋਰਮੇਸ਼ਨ ਲੈ ਸਕਦਾ ਹੈ। ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਤੁਸੀਂ ਕੋਈ ਫੈਸਲਾ ਕਰ ਸਕਦੇ ਹੋ। ਸੋ ਬਾਰ-ਬਾਰ ਤੁਸੀਂ ਇਸ ਨੰਬਰ ਤੇ ਟੈਲੀਫੋਨ ਕਰਕੇ ਕਲੈਰਿਟੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।